ਫਿਰੋਜ਼ਪੁਰ 'ਚ ਮੁੱਠਭੇੜ ਤੋਂ ਬਾਅਦ ਗੈਂਗਸਟਰ ਗੁਰਪਿਆਰ ਸਿੰਘ ਕਾਬੂ। ਪੁਲਿਸ ਦੀ ਗੋਲੀ ਦੇ ਨਾਲ ਹੋਇਆ ਜ਼ਖਮੀ। ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਹੈ ਗੁਰਪਿਆਰ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਪੁੱਛਗਿੱਛ ਤੇਜ਼। ਮੋਹਾਲੀ ਦੇ ਇੰਡਸਟਰੀਅਲ ਏਰੀਆ ਲੈ ਕੇ ਪਹੁੰਚੀ ਵਿਜੀਲੈਂਸ। ਪਲਾਟ ਅਲਾਟਮੈਂਟ ਦੇ ਵਿੱਚ ਘੁਟਾਲੇ ਦੇ ਨੇ ਇਲਜ਼ਾਮ। ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਸਾਬਕਾ ਮੰਤਰੀ। ਸੂਤਰਾਂ ਦੇ ਮੁਤਾਬਿਕ ਗੁਰਪ੍ਰੀਤ ਕਾਂਗੜ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸ਼ੁਰੂ ਕੀਤੀ ਜਾਂਚ। ਕੈਪਟਨ ਸਰਕਾਰ ਦੇ ਵਿੱਚ ਮੰਤਰੀ ਸਨ ਕਾਂਗੜ। ਆਸਟ੍ਰੇਲੀਆ ਦੇ ਮੈਲਬਰਨ ਦੇ ਵਿੱਚ ਸਵਾਮੀ ਨਾਰਾਇਣ ਮੰਦਿਰ ਦੇ ਵਿੱਚ ਪੰਤੋੜ। ਖਾਲਿਸਤਾਨ ਸਮਰਥਕਾਂ ਨੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ। ਹਿੰਦੂ ਕੌਂਸਲ ਆਫ ਆਸਟ੍ਰੇਲੀਆ ਨੇ ਕੀਤੀ ਕਾਰਵਾਈ ਦੀ ਮੰਗ। ਫਰੀਦਕੋਟ 'ਚ ਨਵੇਂ ਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ। 3 ਦਿਨ ਪਹਿਲਾਂ ਨਿਕਲਿਆ ਸੀ ਜ਼ਹਿਰ। ਇਲਾਜ ਦੌਰਾਨ ਦੋਹਾਂ ਨੇ ਤੋੜਿਆ ਦਮ। ਅੱਜ ਪੰਜਾਬ ਭਰ ਦੇ ਵਿੱਚ ਲੋਹੜੀ ਦੇ ਤਿਉਹਾਰ ਦੀ ਧੂਮ। ਨੱਚ ਗਾ ਕੇ ਮਨਾਈਆਂ ਜਾ ਰਹੀਆਂ ਖੁਸ਼ੀਆਂ। ਪਤੰਗਬਾਜ਼ੀ ਦਾ ਵੀ ਦਿਖ ਰਿਹਾ ਖੁਮਾਰ। ਬਰਫ਼ ਦੇ ਆਗੋਸ਼ ਦੇ ਵਿੱਚ ਹਿਮਾਚਲ ਦੇ ਪਹਾੜ। ਤਾਜ਼ਾ ਬਰਫ਼ ਦੀ ਵਿਛੀ ਸਫੇਦ ਚਾਦਰ। ਸੈਲਾਨੀਆਂ ਦੇ ਖੜੇ ਚਿਹਰੇ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਤਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਦੇ ਤਲਵੰਡੀ ਦੇ ਵਿੱਚ ਗੈਂਗਸਟਰ ਦੇ ਨਾਲ ਮੁੱਠਭੇੜ ਹੋਈ ਹੈ ਪੁਲਿਸ ਦੀ। ਗੈਂਗਸਟਰ ਗੁਰਪਿਆਰ ਸਿੰਘ ਅਤੇ ਪੁਲਿਸ ਦੇ ਵਿਚਾਲੇ ਮੁੱਠਭੇੜ ਹੋਈ ਹੈ। ਮੁੱਠਭੇੜ ਤੋਂ ਬਾਅਦ ਅਸੀਂ ਕਿ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ। ਗੁਰਪਿਆਰ ਸਿੰਘ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਹੋਇਆ। ਪੁਲਿਸ ਨੇ ਗੈਂਗਸਟਰ ਨੂੰ ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਉਸ ਮੌਕੇ ਰੇਕੀ ਕਰ ਰਿਹਾ ਸੀ। ਇਹ ਵੀ ਜਾਣਕਾਰੀ ਹੈ। ਤਾਂ ਫਿਰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਹੈ ਗੁਰਪਿਆਰ ਔਰ ਉਸਦੇ ਸਿੱਧੇ ਸੰਪਰਕ ਦੱਸੇ ਜਾ ਰਹੇ ਨੇ ਅਰਸ਼ ਡੱਲਾ ਦੇ ਨਾਲ। ਫਰੀਦਕੋਟ ਰੇਂਜ ਦੀ ਸਪੈਸ਼ਲ ਸੈੱਲ ਅਤੇ ਫਿਰੋਜ਼ਪੁਰ ਪੁਲਿਸ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਡੀਆਈਜੀ ਗੁਰਪ੍ਰੀਤ ਸਿੰਘ ਅਤੇ ਐਸਐਸਪੀ ਕਵਰਦੀਪ ਕੌਰ ਮੌਕੇ ਤੇ ਪਹੁੰਚੇ ਹੋਏ ਨੇ। ਗੈਂਗਸਟਰ ਨੇ ਦੱਸਿਆ ਕਿ ਇੱਕ ਰਸੂਖਦਾਰ ਤੋਂ ਫਿਰੌਤੀ ਰੰਗਦਾਰੀ ਮੰਗੀ ਸੀ ਔਰ ਫਾਇਰਿੰਗ ਵੀ ਕੀਤੀ ਗਈ। ਡਰੱਗ ਅਤੇ ਹਥਿਆਰਾਂ ਦੀ ਤਸਕਰੀ ਦੇ ਵਿੱਚ ਵੀ ਸ਼ਾਮਲ ਸੀ। ਟਾਰਗੇਟ ਕਿਲਿੰਗ ਦੇ ਮਾਮਲਿਆਂ ਦੇ ਵਿੱਚ ਵੀ ਸ਼ਾਮਲ ਸੀ। ਤਾਂ ਇਹ ਸਾਰੇ ਇਲਜ਼ਾਮ ਕੁੱਲ ਮਿਲਾ ਕੇ ਇੱਕ ਗੈਂਗਸਟਰ ਤੇ ਨੇ, ਗੁਰਪਿਆਰ ਤੇ ਨੇ, ਜਿਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਹਾਲਾਂਕਿ ਇਸ ਦੀ ਲੱਤ ਤੇ ਗੋਲੀ ਲੱਗੀ ਹੈ। ਜਿਸ ਵੇਲੇ ਇਸ ਨੂੰ ਰੋਕਿਆ ਗਿਆ ਤਾਂ ਫਿਰ ਇਸ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਯਾਨੀ ਕਿ ਕੋਸ਼ਿਸ਼ ਕੀਤੀ ਗਈ ਕਿ ਫਾਇਰਿੰਗ ਕਰਕੇ ਉੱਥੋਂ ਭੱਜ ਜਾਵੇ, ਉੱਥੋਂ ਫਰਾਰ ਹੋ ਜਾਵੇ, ਪਰ ਅਜਿਹਾ ਨਹੀਂ ਹੋਇਆ ਕਿਉਂਕਿ ਪੁਲਿਸ ਪਹਿਲਾਂ ਤੋਂ ਹੀ ਪੁਲਿਸ ਦੇ ਕੋਲ ਗੁਪਤ ਸੂਚਨਾ ਸੀ ਜਿਸ ਦੇ ਚੱਲਦੇ ਉਹ ਮੌਕੇ ਤੇ ਪਹੁੰਚੇ ਔਰ ਉਹਨਾਂ ਨੇ ਇੱਕ ਗੁਰਪਿਆਰ ਨੂੰ ਘੇਰ ਲਿਆ ਜੋ ਕਿ ਅਰਸ਼ ਡੱਲਾ ਦਾ ਸਾਥੀ ਹੈ, ਇੱਕ ਵੱਡਾ ਗੈਂਗਸਟਰ ਹੈ। ਕਈ ਮਾਮਲੇ ਇਸ ਤੇ ਜਿਹੜੇ ਨੇ ਉਸ ਦੇ ਵਿੱਚ ਇਸ ਦੀ ਇਨਵੋਲਵਮੈਂਟ ਹੈ। ਬੇਸ਼ੱਕ ਉਹ ਫਿਰੌਤੀ ਮੰਗਣ ਦਾ ਮਾਮਲਾ ਹੋਵੇ, ਰੇਕੀ ਕਰਨ ਦਾ ਮਾਮਲਾ ਹੋਵੇ ਜਾਂ ਫਿਰ ਹੋਰ ਵੀ ਕਈ ਮਾਮਲੇ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ। ਤਾਂ ਉਹਨਾਂ ਦੇ ਵਿੱਚ ਇਸ ਦੀ ਪਹਿਲਾਂ ਤੋਂ ਹੀ ਨਾਮਜ਼ਦਗੀ ਹੈ। ਤਾਂ ਹੁਣ ਇਸ ਨੂੰ ਜਦੋਂ ਗ੍ਰਿਫਤਾਰ ਕਰਨਾ ਚਾਹਿਆ ਪੁਲਿਸ ਨੇ ਕਿਉਂਕਿ ਸੂਚਨਾ ਮਿਲੀ ਸੀ ਤਾਂ ਫਿਰ ਇਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਯਾਨੀ ਕਿ ਉਸ ਮੌਕੇ ਤੇ ਫਿਰ ਪੁਲਿਸ ਨੇ ਕ੍ਰਾਸ ਫਾਇਰਿੰਗ ਕੀਤੀ। ਮੁੱਠਭੇੜ ਹੋਈ ਤਾਂ ਫਿਰ ਇਸ ਦੇ ਲੱਤ ਤੇ ਗੋਲੀ ਲੱਗੀ। ਇਸ ਨੂੰ ਤੁਰੰਤ ਐਮਰਜੈਂਸੀ ਵਾਰਡ ਦੇ ਵਿੱਚ ਲਿਜਾਇਆ ਗਿਆ, ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਇਸ ਦਾ ਇਲਾਜ ਵੀ ਚੱਲ ਰਿਹਾ ਹੈ। ਯਾਨੀ ਕਿ ਇਸ ਨੂੰ ਠੀਕ ਕਰਕੇ ਉਸ ਤੋਂ ਬਾਅਦ ਇਸ ਤੋਂ ਪੁੱਛਗਿੱਛ ਹੋਏਗੀ ਕਿਉਂਕਿ ਇਹ ਜਾਣਕਾਰੀ ਹੈ ਕਿ ਇਸ ਦੇ ਅਰਸ਼ ਡੱਲਾ ਦੇ ਨਾਲ ਸਿੱਧੇ ਸੰਪਰਕ ਨੇ। ਅਰਸ਼ ਡੱਲਾ ਉਹੀਓ ਵੱਡਾ ਗੈਂਗਸਟਰ ਹੈ, ਉਹੀਓ ਨਾਮੀ ਇੱਕ ਕ੍ਰਿਮੀਨਲ ਹੈ ਜਿਸ ਨੂੰ ਪਿਛਲੇ ਦਿਨਾਂ ਦੇ ਵਿੱਚ ਅੱਤਵਾਦੀ ਵੀ ਅਨਾਉਂਸ ਕੀਤਾ ਗਿਆ। ਯਾਨੀ ਕਿ ਉਸ ਨੂੰ ਟੈਰਰਿਸਟ ਅਨਾਉਂਸ ਕਰ ਦਿੱਤਾ ਗਿਆ ਜਿਸ ਤਰੀਕੇ ਦੀਆਂ ਉਸ ਦੀਆਂ ਗਤੀਵਿਧੀਆਂ ਨੇ ਔਰ ਹੁਣ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਉਸ ਨੂੰ ਵੀ ਲਗਾਤਾਰ ਉਸ ਦੀ ਵੀ ਭਾਲ ਹੈ। ਬਹੁਤ ਸਾਰੇ ਮਾਮਲੇ ਨੇ ਤਾਂ ਇਹ ਵੱਡਾ ਮਸਲਾ ਹੈ। ਮਨਦੀਪ ਕੁਮਾਰ ਫੋਨ ਲਾਈਨ ਤੇ ਨੇ, ਜ਼ਿਆਦਾ ਜਾਣਕਾਰੀ ਲਈ। ਮਨਦੀਪ ਕੀ ਕੁਝ ਜਾਣਕਾਰੀ ਹੈ ਇਸ ਮੁੱਠਭੇੜ ਤੋਂ ਬਾਅਦ? ਹਸਪਤਾਲ 'ਚ ਜ਼ਰੂਰ ਲਿਆਂਦਾ ਗਿਆ ਗੁਰਪਿਆਰ ਨੂੰ, ਤਾਂ ਅਪਡੇਟ ਕੀ ਹੈ? ਹੋਰ ਕੀ ਕੁਝ ਜਾਣਕਾਰੀ? ਬਿਲਕੁਲ, ਜੇ ਗੱਲ ਕਰੀਏ ਤੇ ਆਈਜੀ ਫਿਰੋਜ਼ਪੁਰ ਹੋਰੇ ਕੋਲ ਜਾਣਕਾਰੀ ਦਿੰਦੇ ਆ ਕਿ ਇਹ ਕੱਲ ਸ਼ਾਮ ਦੀ ਘਟਨਾ ਹੈ ਕਿ ਅਰਸ਼ਦੀਪ ਡੱਲੇ ਦਾ ਸਾਥੀ ਜਿਹੜਾ ਹੈ ਉਹ ਗੁਰਪਿਆਰ ਸਿੰਘ ਜਿਹੜਾ ਹੈ ਉਹ ਇੱਥੇ ਰੇਕੀ ਕਰਨ ਦੇ ਲਈ ਆਇਆ ਸੀ। ਉਹ ਲਗਾਤਾਰ ਇਸ ਇਲਾਕੇ ਦੇ ਵਿੱਚ ਫਰੋਤੀਆਂ ਮੰਗੀਆਂ ਜਾ ਰਹੀਆਂ ਸੀਗੀਆਂ, ਰੰਗਦਾਰੀਆਂ ਮੰਗੀਆਂ ਜਾ ਰਹੀਆਂ ਸੀ। ਉਹ ਪਹਿਲਾਂ ਵੀ ਕਿਸੇ ਦੇ ਘਰ ਦੇ ਉੱਪਰ ਜਿਹੜਾ ਫਾਇਰਿੰਗ ਵੀ ਕੀਤੀ ਗਈ ਸੀ ਰੰਗਦਾਰੀ ਨੂੰ ਲੈ ਕੇ ਔਰ ਉਸ ਤੋਂ ਬਾਅਦ ਜਿਹੜਾ ਇਸਨੂੰ ਇਹਦੀ ਜਦੋਂ ਰਿਪੋਰਟ ਮਿਲਿਆ ਕਿ ਇਲਾਕੇ 'ਚ ਘੁੰਮ ਰਿਹਾ, ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਇਸ ਜਿਹੜਾ ਫਾਇਰਿੰਗ ਕਰਕੇ ਉਹਨੂੰ ਇੱਕ ਤਾਂ ਹੀ ਪੁਲਿਸ ਨੇ ਇਹਨੂੰ ਉਹ ਜਵਾਬੀ ਫਾਇਰਿੰਗ ਦੇ ਵਿੱਚ ਇਹਦੇ ਉੱਪਰ ਗੋਲੀਆਂ ਲੱਗੀਆਂ ਔਰ ਇਸਦਾ ਜਿਹੜਾ ਇਲਾਜ ਹੈ ਇੰਜਰਡ ਹੋ ਗਿਆ ਘਾਇਲ ਵਿਅਕਤੀ ਇੰਜਰਡ ਨੂੰ ਜਿਹੜਾ ਹੁਣ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇਸਦਾ ਇਲਾਜ ਚੱਲ ਰਿਹਾ ਔਰ ਸਾਰੇ ਆਲਾ ਅਧਿਕਾਰੀ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ ਔਰ ਜਾਂਚ ਕੀਤੀ ਜਾ ਰਹੀ ਹੈ। ਜੀ
ठीक है मनदीप, धन्यवाद है तमाम जानकारी ली। तो फिलहाल सीनियर अधिकारी जिहड़े ने मौके ते पहुंचे हुए ने और एसएसपी मौके ते तैनात है। उस वेले की कुछ होया है इस नूं लैके भी रिपोर्ट होएगी और दूजा की कुछ इस दे संपर्क ने या फिर किहड़े होर वारदातां नूं लैके प्लैनिंग चल रही सी, सब खुलासे आउण वाले समय दे विच संभव मन्ने जा रहे ने। आगे बढ़ांगे उधर सुंदर श्याम अरोड़ा साबका मंत्री सुंदर श्याम अरोड़ा तो पुछगिछ तेज हुई है। मोहाली दे इंडस्ट्रीयल एरिया लेके पहुंची है विजिलेंस। प्लॉट अलॉटमेंट घोटाला है जिस दे विच इल्जाम लगे ने और अरोड़ा सने 10 अफसर ने जिन्हां दे खिलाफ FIR दर्ज हुई है। इल्जाम ने कि इंडस्ट्री की जगह होटल की कंस्ट्रक्शन की जा रही थी, यानी कि ये सारे गंभीर इल्जाम ने। जिस तरीके दे नाल पहला मामला चल रहा है और पहला तो गिरफ्तारी सुंदर श्याम अरोड़ा की हुई है, दसदी कि उस तो बाद प्रोडक्शन वारंट से विजिलेंस लैके आई है क्योंकि एक होर मामला है प्लॉट अलॉटमेंट घोटाला है जिस दे विच पुछगिछ की जा रही है। तो यह तस्वीरां मौके दियां दिखा रहे हैं। मौके ते लैके आउंदी है विजिलेंस। ये तस्वीरां उस वेले दियां ने तां फिर उत्थे लिया के पुछगिछ की जा रही है क्योंकि इल्जाम ये लगे ने कि इंडस्ट्री की जगह होटल की कंस्ट्रक्शन की जा रही है। तां ये सारे कपले दे इल्जाम ने जिन्हां नूं लैके हुण विजिलेंस ने अपनी जांच तेज की हुई है। ਇਹ ਸਾਨੂੰ ਇਹਨਾਂ ਦੀ ਪੁੱਛਗਿੱਛ ਹੋਈ ਸੀਗੀ। ਇਹ ਦੱਸ ਰਹੇ ਸੀਗੇ ਵੀ ਇੱਥੇ ਬਈ ਇੰਡਸਟਰੀ ਲੱਗ ਰਹੀ ਆ, ਵੀ ਸਭ ਕੁਝ ਵੀ ਜੋ ਅਸੀਂ ਨੋਰਮ ਦੇ ਹਿਸਾਬ ਨਾਲ ਕੀਤਾ ਆ। ਹੁਣ ਇਹਨਾਂ ਨੂੰ ਦਿਖਾ ਲਿਆ ਵੀ ਆਹ ਦੇਖੋ ਆਹ ਹੋਟਲ ਬਣ ਰਿਹਾ ਇੱਥੇ, ਇਹ ਇੰਡਸਟਰੀਅਲ ਪਲਾਟ ਆ, ਇੱਥੇ ਹੋਟਲ ਬਣ ਰਿਹਾ ਤੇ ਕੋਈ ਚਾਰ ਦੀਵਾਰੀ ਨਹੀਂ ਹੈ, ਟੋਟਲ ਮਿਸਯੂਜ਼ ਹੋਇਆ। ਹੁਣ ਪੁੱਛਗਿੱਛ ਕਰਨਾ ਹੁਣ ਦਿਖਾ ਕੇ ਹੁਣ ਜਾ ਕੇ ਪੁੱਛਗਿੱਛ ਕਰਦੇ ਆ, ਜੇ ਲੋੜ ਪਈ ਤਾਂ ਹੋਰ ਲਵਾਂਗੇ। तो गंभीर इल्जाम ने बेशक ये मामला होया पहला भी गंभीर इल्जाम ने साबका मंत्री ते मनोज राठी फोन लाइन ते ने। मनोज की कुछ जानकारी है मौके ते लैके पहुंची है विजिलेंस ताकि मौका विखा के फिर सवाल जवाब किए जान और जिन्नियां भी खामियां पाईयां जाणगियां उन्हां दा कहना है कि फिर पुछगिछ होएगी। की कुछ जानकारी है पूरी? गुरजोत ਇਹਦੇ ਵਿੱਚ ਹੁਣ ਕਈ ਚੀਜ਼ਾਂ ਨੇ ਪੁਆਇੰਟ ਟੂ ਪੁਆਇੰਟ ਵਿਜੀਲੈਂਸ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸਭ ਤੋਂ ਪਹਿਲਾਂ ਜਿਹੜਾ ਵੀ ਇੰਡਸਟਰੀਅਲ ਪਲਾਟ ਸਕੈਮ ਹੋਇਆ ਸੀਗਾ, ਕਈ ਇਲਜ਼ਾਮ ਲੱਗੇ ਸੀ ਉਸ ਟਾਈਮ ਦੇ ਜਿਹੜੇ ਮੰਤਰੀ ਰਹੇ ਨੇ, ਸਾਬਕਾ ਹੁਣ ਮੰਤਰੀ ਨੇ ਸੁੰਦਰ ਸ਼ਾਮ ਅਰੋੜਾ। ਹਾਲਾਂਕਿ ਉਹਨਾਂ ਦੇ ਮਾਮਲਾ ਵੀ ਦਰਜ ਹੋਇਆ, ਉਹਨਾਂ ਦੇ ਨਾਲ ਹੋਰ ਵੀ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ, ਉਹਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ। ਲੇਕਿਨ ਇਹਦੇ ਵਿੱਚ ਹੁਣ ਪੁਆਇੰਟ ਟੂ ਪੁਆਇੰਟ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ, ਕਈ ਚੀਜ਼ਾਂ ਦਾ ਜਿਹੜਾ ਹੈਗਾ ਸਾਹਮਣੇ ਆ ਰਹੀ ਹੈ। ਹੁਣ ਅੱਜ ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ ਗਏ ਕਿਉਂਕਿ ਰਿਮਾਂਡ ਤੇ ਸੀਗੇ, ਇੱਕ ਦਿਨ ਦੇ ਰਿਮਾਂਡ ਤੇ ਸੀਗੇ, ਉਹਨਾਂ ਨੂੰ ਲੈ ਕੇ ਗਿਆ ਮੋਹਾਲੀ ਦੇ 9 ਫੇਜ਼ ਦਾ ਇੰਡਸਟਰੀਅਲ ਜਿਹੜਾ ਏਰੀਆ ਹੈ, ਜਿਹੜਾ ਪੂਰਾ ਫੇਜ਼ ਇੰਡਸਟਰੀਅਲ ਮੈਨੂਫੈਕਚਰ ਜਿੱਥੇ ਹੈਗੀ ਹੈ ਉੱਥੇ ਲੈ ਕੇ ਗਏ। ਲੇਕਿਨ ਉੱਥੇ ਕਈ ਖਾਮੀਆਂ ਜਿਹੜੀਆਂ ਉਹ ਪਾਈ ਗਈ ਹੈ, ਜਿਹੜੀ ਜਾਣਕਾਰੀ ਅਫਸਰਾਂ ਨੇ ਵੀ ਦਿੱਤੀ ਹੈ। ਉੱਥੇ ਹੋਟਲ ਦੀ ਜਿਹੜੀ ਕੰਸਟਰਕਸ਼ਨ ਚੱਲ ਰਹੀ ਹੈ। ਹਾਲਾਂਕਿ ਇਹ ਸਵਾਲ ਮੌਕੇ ਤੇ ਹੀ ਪੁੱਛਿਆ ਗਿਆ ਸੁੰਦਰ ਸ਼ਾਮ ਅਰੋੜਾ ਨੂੰ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਕਾਨੂੰਨ ਦੇ ਮੁਤਾਬਿਕ ਸਾਰੀ ਚੀਜ਼ਾਂ ਹੋਈ ਹੈ, ਕਾਨੂੰਨ ਦੇ ਅਕੋਰਡਿੰਗ ਸਾਰੀ ਚੀਜ਼ਾਂ ਹੋਈਆਂ, ਤਾਂ ਇਹ ਫਿਰ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਉਸ ਵੇਲੇ ਕਿਨੇ ਦਿੱਤੀ, ਕਿੰਨੇ ਪਰਮਿਟ ਕੀਤਾ, ਆਖਿਰ ਇਹ ਕੰਸਟਰਕਸ਼ਨ ਕਿਉਂ ਹੋ ਰਹੀ ਹੈ, ਇਹ ਸਵਾਲ ਹੈ। ਤੇ ਆਖਿਰ ਇਹ ਚੀਜ਼ਾਂ ਜਿਹੜੀ ਵੀ ਹੈਗੀ ਹੈ ਪ੍ਰੋਟੋਕਾਲ ਦੇ ਹਿਸਾਬ ਨਾਲ ਕਿਉਂ ਨਹੀਂ ਹੋਈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਹੈ ਬਿਜ਼ਨਸ ਹੈ ਉਹ ਕੰਮ ਕਰ ਰਹੀ ਹੈ। ਖੁਦ ਮੌਕੇ ਤੇ ਸੁੰਦਰ ਸ਼ਾਮ ਅਰੋੜਾ ਨੂੰ ਲਿਜਾਇਆ ਗਿਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਹੈਗਾ ਥੋੜੀ ਦੇਰ ਪਹਿਲਾਂ ਹੀ ਉਸ ਤੋਂ ਬਾਅਦ ਸਿੱਧਾ ਕੋਰਟ 'ਚ ਲੈ ਕੇ ਆਇਆ ਗਿਆ ਕਿਉਂਕਿ ਇੱਕ ਦਿਨ ਦਾ ਰਿਮਾਂਡ ਸੀਗਾ। ਅੱਜ ਕੋਰਟ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਜਿਹੜਾ ਹੈ ਉਹ ਭੇਜ ਦਿੱਤਾ ਗਿਆ। ਲੇਕਿਨ ਇਹਦੇ ਵਿੱਚ ਵਿਜੀਲੈਂਸ ਜਿਹੜੀ ਹੈ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ, ਪੁਆਇੰਟ ਟੂ ਪੁਆਇੰਟ ਕੰਮ ਕੀਤੀ ਹੈ ਕਿਉਂਕਿ ਵਿਜੀਲੈਂਸ ਮੁਤਾਬਿਕ ਇਹਦੇ ਵਿੱਚ ਬਹੁਤ ਵੱਡਾ ਘੁਟਾਲਾ, ਕਰੋੜਾਂ ਦਾ ਜਿਹੜਾ ਘੁਟਾਲਾ ਹੈ ਉਹ ਕੀਤਾ ਗਿਆ ਹੈ। ਆਪਣੇ ਮਨ ਚਾਹੇ ਜਿਹੜੇ ਵੀ ਉਹਨਾਂ ਦੇ ਖਾਸ ਸੀਗੇ ਉਹਨਾਂ ਨੂੰ ਇਹ ਬਿਡ ਦਿੱਤੀ ਗਈ, ਉਹਨਾਂ ਨੂੰ ਅਲਾਟ ਕੀਤਾ ਗਿਆ, ਉਹ ਸਰਕਾਰੀ ਜਿਹੜਾ ਪੈਸਾ ਹੈ ਉਹਦਾ ਮਿਸਯੂਜ਼ ਕੀਤਾ ਗਿਆ। ਇਹ ਇਲਜ਼ਾਮ जी ठीक है मनोज बने रहो साडे नाल। धन्यवाद है फिलहाल इस खबर की जानकारी दे लई। तां साबका मंत्री है जिस तो पुछगिछ तेज की गई है। खास तौर पर दस दईए कि एक बड़ा मसला हो जाता है जदों इस तरीके के घोटाले दे इल्जाम लगते हैं और हुण कुछ सबूत भी जिहड़े ने विजिलेंस के हथ लग रहे हैं। उधर एक होर साबका मंत्री के खिलाफ जांच शुरू हो गई है। सूत्रों के हवाले तो एक खबर है विजिलेंस ने गुरप्रीत कांगड़ के खिलाफ जांच शुरू की है। आमदन तो वध जायदाद का मामला है, इस मामले दे विच जांच शुरू की गई है। कांगड़ दीआं जायदादां दे
ਵੇਰਵੇ ਜੁਟਾਏ ਜਾ ਰਹੇ ਨੇ। ਕੈਪਟਨ ਸਰਕਾਰ ਦੇ ਵਿੱਚ ਦੱਸੀ ਕਿ ਕਾਂਗੜ ਮੰਤਰੀ ਰਹੇ ਨੇ। ਚੰਨੀ ਸਰਕਾਰ ਜਿਸ ਵੇਲੇ ਬਣੀ ਤਾਂ ਇਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ, ਹਟਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਸਨ, ਕਿਉਂਕਿ ਇੱਕ ਵੱਡੇ ਕਹਿ ਸਕਦੇ ਆ 4 ਤੋਂ 5 ਉਸ ਵੇਲੇ ਵੱਡੇ ਚਿਹਰੇ ਸਨ ਕਾਂਗਰਸ ਦੇ ਜਿਹੜੇ ਕਿ ਬੀਜੇਪੀ ਦੇ ਵਿੱਚ ਗਏ ਸੀ, ਤਾਂ ਉਹਨਾਂ ਦੇ ਵਿੱਚ ਇੱਕ ਸਨ ਗੁਰਪ੍ਰੀਤ ਕਾਂਗੜ। ਪਰ ਹੁਣ ਦੱਸ ਦਈਏ ਕਿ ਮੁਸ਼ਕਿਲਾਂ ਵੱਧ ਸਕਦੀਆਂ ਨੇ, ਵੱਧ ਰਹੀਆਂ ਨੇ, ਕਿਉਂਕਿ ਸੋਰਸਿਸ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ, ਜਿਸ ਮਾਮਲੇ ਦੇ ਵਿੱਚ ਹੁਣ ਪੁੱਛਗਿੱਛ ਕੀਤੀ ਜਾਣੀ ਹੈ। ਵਿਜੀਲੈਂਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ, ਜਾਂਚ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਨੇ ਔਰ ਖਾਸ ਤੌਰ ਤੇ ਮਾਲ ਮੰਤਰੀ ਸਨ ਉਸ ਵੇਲੇ, ਮਾਲ ਵਿਭਾਗ ਸੀ ਇਹਨਾਂ ਦੇ ਕੋਲ, ਤਾਂ ਹੁਣ ਇਹ ਸਾਰਾ ਮਾਮਲਾ ਸਾਹਮਣੇ ਆਇਆ ਔਰ ਵਿਜੀਲੈਂਸ ਨੇ ਜਾਂਚ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਉਹਨਾਂ ਦੇ ਖਿਲਾਫ ਹੁਣ ਸ਼ੁਰੂ ਕਰਨੀ ਹੈ। ਤਾਂ ਮਨੋਜ ਰਾਠੀ ਲਗਾਤਾਰ ਨੇ ਫੋਨ ਲਾਈਨ ਤੇ ਸਾਡੇ ਨਾਲ। ਮਨੋਜ, ਇਸ ਮਾਮਲੇ ਨੂੰ ਲੈ ਕੇ ਕੀ ਕੁਝ ਜਾਣਕਾਰੀ ਹੈ, ਕਿਉਂਕਿ ਸੋਰਸਿਸ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਗੁਰਪ੍ਰੀਤ ਕਾਂਗੜ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਨੇ। ਦੇਖੋ ਗੁਰਜੋਤ, ਇਹਦੇ ਵਿੱਚ ਵੀ ਜਿਹੜੀ ਵਿਜੀਲੈਂਸ ਹੈ ਉਹ ਇਨਵੈਸਟੀਗੇਸ਼ਨ ਜਿਹੜੀ ਸਟਾਰਟ ਹੋ ਚੁੱਕੀ ਹੈ। ਇਹਦੇ ਵਿੱਚ ਕਈ ਚੀਜ਼ਾਂ ਨੇ। ਅੱਜ ਤੋਂ ਵੱਧ ਸੰਪत्ति ਦੇ ਮਾਮਲੇ ਨੂੰ ਲੈ ਕੇ ਜਿਹੜੀ ਹੈ ਉਸ ਟਾਈਮ ਦੇ ਜਿਹੜੇ ਮਾਲ ਮੰਤਰੀ ਸੀਗੇ ਗੁਰਪ੍ਰੀਤ ਕਾਂਗੜ, ਉਹਨਾਂ ਪ੍ਰਾਪਰਟੀ ਹੈ, ਉਹਨਾਂ ਦੇ ਜਿਹੜੇ ਵੀ ਫਾਰਮ ਹਾਊਸ ਨੇ ਜਾਂ ਫਿਰ ਪੰਜਾਬ ਜਾਂ ਬਾਹਰ ਜਿਹੜੀ ਪ੍ਰਾਪਰਟੀ ਨੇ, ਉਹਨਾਂ ਨੂੰ ਲੈ ਕੇ ਹੁਣ ਜਿਹੜੀ ਹੈਗੀ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ। ਯਾਨੀ ਕਿ ਕਹਿ ਸਕਦੇ ਹਾਂ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਮੰਤਰੀ ਜਿਹੜੇ ਹੈਗੇ ਉਹ ਹੈ, ਤੇ ਸਾਰੀ ਚੀਜ਼ਾਂ ਜਿੱਦਾਂ ਵੀ ਪ੍ਰੋਟੋਕਾਲ ਦੇ ਹਿਸਾਬ ਨਾਲ ਹੁੰਦਾ। ਅਸੀਂ ਪਹਿਲਾਂ ਵੀ ਦੇਖਿਆ ਕਿ ਜਿਹੜਾ ਵੀ ਕੋਈ ਅਫਸਰ ਹੈ ਜਾਂ ਕੋਈ ਜਿਹੜੇ ਮੰਤਰੀ ਹੈ ਉਹਨਾਂ ਦੇ ਖਿਲਾਫ ਜਿਹੜਾ ਵੀ ਮਾਮਲਾ ਦਰਜ ਹੋਇਆ ਹੈ, ਉਸ ਤੋਂ ਪਹਿਲਾਂ ਉਹਨਾਂ ਦੀ ਪੂਰੀ ਪ੍ਰਾਪਰਟੀ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਈ। ਆਈ ਤੋਂ ਵੱਧ ਸੰਪत्ति ਦਾ ਜਿਹੜਾ ਮਾਮਲਾ ਹੁੰਦਾ ਹੈ ਉਹਦੇ ਵਿੱਚ ਸਾਰੀ ਜਿਹੜੀ ਫਿਗਰਸ ਹੈ ਉਹ ਸਾਰੀ ਕਾਊਂਟ ਕੀਤੀ ਜਾਂਦੀ, ਇੱਕ ਫਿਗਰ ਨੂੰ ਕਾਊਂਟ ਕੀਤਾ ਜਾਂਦਾ, ਇੱਕ ਪ੍ਰਾਪਰਟੀ ਨੂੰ, ਉਹਦਾ ਹਿਸਾਬ, ਉਹਦੀ ਜਿਹੜੀ ਬੈਂਕ ਬੈਲੈਂਸ ਹੈਗਾ, ਉਹਨਾਂ ਦਾ ਜਿਹੜੀ ਵੀ ਅਮਾਊਂਟ ਹੈਗੀ, ਉਹਨਾਂ ਦੀ ਕਿੰਨੀ ਫਾਰਮ ਹਾਊਸ ਤੇ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਫਿਗਰ ਆਊਟ ਕੀਤਾ ਜਾਂਦਾ ਵਿਜੀਲੈਂਸ ਵੱਲੋਂ। ਹਾਲਾਂਕਿ ਉਸ ਤੋਂ ਬਾਅਦ ਜੇਕਰ ਵਿਜੀਲੈਂਸ ਨੂੰ ਲੱਗਦਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਹੈਗੀ ਹੈ ਤਾਂ ਉਸ ਤੋਂ ਬਾਅਦ ਕਾਰਵਾਈ ਨੋਟਿਸ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਹਾਲਾਂਕਿ ਹਜੇ ਪ੍ਰਾਇਮਰੀ ਹੈਗੀ, ਹਜੇ ਪ੍ਰਾਇਮਰੀ ਸਟੇਜ ਹੈ। ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਸ਼ੁਰੂਆਤ ਹੋਈ ਹੈ। ਪੂਰਾ ਜਿਹੜਾ ਬਿਊਰਾ ਦਿੱਤਾ ਜਾ ਰਿਹਾ, ਉਹਨਾਂ ਦੀ ਜਿਹੜੀ ਵੀ ਪ੍ਰਾਪਰਟੀ ਹੈ, ਉਹਨਾਂ ਦਾ ਜਿਹੜਾ ਵੀ ਬੈਂਕ ਬੈਲੈਂਸ ਹੈ, ਉਹਨਾਂ ਦੀ ਜਿਹੜੀ ਵੀ ਗੱਡੀਆਂ ਨੇ, ਉਹਨਾਂ ਦੀ ਜਿਹੜੀ ਵੀ ਫਾਰਮ ਹਾਊਸ ਹੈ, ਉਹ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਫਿਗਰ ਆਊਟ ਦਿੱਤੀ ਜਾ ਰਹੀ ਹੈ ਤੇ ਜਲਦੀ ਜਿਹੜੀ ਹੈਗੀ ਕਹਿ ਸਕਦੇ ਹਾਂ ਕਿ ਮੁਸ਼ਕਿਲਾਂ ਹੋਰ ਵੱਧ ਸਕਦੀਆਂ। ਠੀਕ ਹੈ, ਧੰਨਵਾਦ ਹੈ ਮਨੋਜ ਤਮਾਮ ਜਾਣਕਾਰੀ ਦੇ ਲਈ। ਤਾਂ ਇਹ ਬਹੁਤ ਅਹਿਮ ਹੈ ਕਿ ਮੰਤਰੀ ਜਿਹੜੇ ਨੇ ਇਸ ਤੋਂ ਪਹਿਲਾਂ ਵੀ ਕਈ ਰਡਾਰ ਤੇ ਨੇ, ਤਾਂ ਹੁਣ ਕਾਂਗੜ ਉਹਨਾਂ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਹੋਈ ਹੈ, ਕਹਿ ਲਈਏ ਜਾਂਚ ਸ਼ੁਰੂ ਹੋਈ ਹੈ। ਉਧਰ ਰਾਹੁਲ ਦੀ ਯਾਤਰਾ ਦੇ ਦੌਰਾਨ ਧੱਕੇ ਪੈਣ ਨੂੰ ਲੈ ਕੇ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ। ਇਹ ਵਿਰੋਧੀਆਂ ਦੀ ਚਾਲ ਵੀ ਹੋ ਸਕਦੀ ਹੈ। ਤਾਂ ਕੇਂਦਰੀ ਗ੍ਰਹਿ ਮੰਤਰੀ ਅੰਡਰ ਆਉਂਦੀ ਹੈ ਸੀਆਰਪੀਐਫ, ਉਹਨਾਂ ਦਾ ਕਹਿਣਾ ਹੈ ਕਿ ਇਹ ਵਿਰੋਧੀਆਂ ਦੀ ਚਾਲ ਵੀ ਹੋ ਸਕਦੀ ਹੈ। ਤਾਂ ਇੱਕ ਵੱਡਾ ਬਿਆਨ ਰਾਜਾ ਵੜਿੰਗ ਨੇ ਦਿੱਤਾ ਹੈ। ਮੈਨੂੰ ਧੱਕਿਆਂ ਦੀ ਕੋਈ ਪਰਵਾਹ ਨਹੀਂ ਹੈ, ਉਹਨਾਂ ਦਾ ਕਹਿਣਾ ਹੈ। ਮੇਰੇ ਲੀਡਰ ਦੀ ਸ਼ਾਨ ਦੇ ਵਿੱਚ ਕਮੀ ਨਹੀਂ ਆਉਣੀ ਚਾਹੀਦੀ, ਯਾਨੀ ਕਿ ਉਹ ਇਸ ਸਾਰੇ ਕਿੱਸੇ ਨੂੰ ਲੈ ਕੇ ਜੋ ਕੱਲ ਵਾਪਰਿਆ ਹੈ, ਕਿਉਂਕਿ ਰੈਲੀ ਦੇ ਦੌਰਾਨ ਜਿਸ ਤਰੀਕੇ ਦੇ ਹਾਲਾਤ ਬਣੇ, ਉੱਥੇ ਜਿੰਨੀ ਜ਼ਿਆਦਾ ਭੀੜ ਸੀ, ਤਾਂ ਉਸ ਮੌਕੇ ਸੀਆਰਪੀਐਫ ਦੇ ਇਸ ਜਵਾਨ ਦੇ ਵੱਲੋਂ ਜੋ ਸਿਕਿਉਰਿਟੀ ਦੇ ਵਿੱਚ ਸਨ, ਤਾਂ ਫਿਰ ਜਦੋਂ ਅੱਗੇ ਧੱਕਿਆ ਗਿਆ ਤਾਂ ਫਿਰ ਧੱਕਾ ਵੱਜਾ ਔਰ ਉਸ ਨੂੰ ਲੈ ਕੇ ਹੁਣ ਰਾਜਾ ਵੜਿੰਗ ਦਾ ਇਹ ਬਿਆਨ ਸਾਹਮਣੇ ਆਇਆ ਹੈ। ਔਰ ਬਿਆਨ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀਆਂ ਦੀ ਚਾਲ ਵੀ ਹੋ ਸਕਦੀ ਹੈ। किसी भी चीज को धारण नहीं किया जा सकता। सरकार की योजना का क्या बनेगा, सैनिकों का क्या बनेगा? देखो, ये आज की बात नहीं है, ये कई सालों से, मैं कहूंगा कई दहाकों से इस प्रकार की सोच है पंजाब के प्रति कि कहीं ना कहीं आरएसएस को ये चुभता है कि भाई सरदार के सर पे पगड़ी वाला जो सरदार है ये उनकी विचारधारा को नहीं मानता। आप फिर ये बात करोगे कि इसमें पॉलिटिक्स आप इन्वॉल्व कर रहे हो। मैं पॉलिटिक्स इन्वॉल्व नहीं कर रहा। आप देखिए, पूरे देश के अंदर अगर आज बात करें, कहीं ना कहीं आरएसएस की विचारधारा उन्होंने लागू करने की कोशिश की और कई जगह वो कामयाब भी हुए हैं, ज्यादातर वो कामयाब हुए हैं। आप देखिए, भाजपा की सरकारें चाहे वो किस प्रकार से करती हैं, कामयाब भी हुए हैं। लेकिन पंजाब के अंदर आरएसएस भी फेल हो गई, बीजेपी भी फेल होगी। ये उनका एजेंडा है, इसको समझना पड़ेगा। जो खेती कानून आए, इसमें भी एक बहुत बड़ा राज था कि पंजाब को तोड़ा नहीं जा सकता। अगर आर्थिक कमजोर हो जाएगा पंजाब तो फिर हम तोड़ देंगे।
आज बहुत से गरीब लोग धर्म परिवर्तन कर रहे हैं, आपने देखा होगा। अलग अलग मैं नहीं कहना चाहूंगा क्योंकि मैं सेकुलर सोच का आदमी हूं कि किस धर्म में जा रहे हैं, कहां गरीब लोग बेचारे, क्योंकि ऐसी स्थिति पैदा की। हमेशा दिल्ली की और आरएसएस की सोच रही है कि पंजाब जब कमजोर होगा तो फिर हम इसके ऊपर कब्जा करेंगे और अपनी विचारधारा थोपेंगे। इसलिए काले कानून लाए गए किसानों वाला, फिर किसानों ने लड़ाई लड़ी पगड़ी वाले सरदार ने और लड़के वो जीते। आज फिर कभी पानी का मुद्दा उछाला जा रहा है कि एसवाईएल का पानी जाएगा, वाया इधर उधर से काम करवाने की कोशिश जा रही है, उसमें कानूनी हथकंडे अपनाए जा रहे हैं। अब ये जो फैसला आया है कि एक हेलमेट पहनो, ये हमारा हेलमेट नहीं है, ये हमारे गुरु ने हमारी सुरक्षा के लिए अपनी जब सेना तैयार करी तो उन्होंने कहा कि ये भी पहनना बहुत जरूरी है। इससे ना केवल ये सरदारों का चिन्ह है, इसके साथ साथ ये हमारी सुरक्षा भी करता है, पगड़ी करती है। तो मेरे को लगता है कि इस प्रकार का ये कहना, हाँ ठीक है आप पहनाइए जिसको हेलमेट पहनाना, लेकिन सरदारों के लिए जो पगड़ीधारी हैं, जो सिख हैं, अगर वो पगड़ी बांध रहा है तो उसके लिए ऑप्शनल होना, उसके लिए बिल्कुल ये नहीं होना चाहिए कि वो हेलमेट पहनेगा, वो अपनी सरदार अपनी पगड़ी पहने। तो फैसला वापस लिया जाना चाहिए। फैसला वापस क्यों? ऐसे गलत फैसले आने ही नहीं चाहिए। हमारी तो छोटी छोटी चीजों पे टिप्पणी करती है, सुना होगा जो जिस सरदार लड़के ने पगड़ी बांधी राहुल गांधी की, उसने क्या कहा? आईटी सेल ने कहा कि राहुल गांधी फला, उसने कहा कि केसरी रंग मैंने बताया तो उन्होंने माथे पे लगाया, कहते कि यही पहनूंगा। फिर उन्होंने क्या कहा? उन्होंने कहा कि आदरणीय पर मैं 32 देशों में जाकर पगड़ी सिखाता हूं। लेकिन जब प्रधानमंत्री भी यहां पर आए, उनको मैंने कहा कि मैं आपके पगड़ी बांधूंगा, वो कहते नहीं बांधनी नहीं है, आप बांधकर हमारे सर पर रखनी है, यानी कि टोपी की तरह। उसने शब्द टोपी इस्तेमाल किया। वो जो नौजवान लड़का जो पगड़ी बांधने आया था, उन्होंने कहा कि राहुल गांधी ने कहा कि नहीं मेरे आप बांधो, मैंने उनके पगड़ी बांधी। किसी ने कहा कि सर ये थोड़ा ऐसे कर लो, उन्होंने कहा नहीं इसको ज्यादा पता है। तो जो सम्मान किया एक साधारण व्यक्ति, मेरे को कहने का मतलब कि हर वक्त तोड़ मरोड़ के हर चीज को पेश किया जाता है। पगड़ी का बहुत बड़ा सम्मान है और राहुल गांधी ने इसलिए पगड़ी बांधी, नहीं तो साफा भी पहन सकते थे, नहीं तो पटका भी बांध सकते थे, कोई मनाही थोड़ी थी। लेकिन मेरा सरकार से विनती है, गुजारिश है कि प्लीज ऐसा कोई चीज कानून नहीं बनाएं जिससे सरदारों की तौहीन हो और हमें लगे कि ये हमारे साथ धक्का और जास्ती हो रही है। इसको फैसला वापस लेना चाहिए। सर अभी जो यात्रा चल रही है उसमें प्रबंधों को लेकर बात आ रही है। कल जैसे प्रताप सिंह बाजवा जी की नाराजगी सामने आ रही थी, तो ऐसा क्यों आपने देख लिया? आप मीडिया के लोग ऐसे दोस्त हो, मेरे मित्र हो, आप लोग ऐसा काम करते हो, आपसे ये काम करवाए जाते हैं। मेरे को पता है, इशारों में मैं समझ जाता हूं, लेकिन आपसे ये करवाए जाते हैं। प्रताप सिंह बाजवा अभी मीटिंग में आए, आज तो राहुल गांधी आए ही नहीं। काहे के लिए? जो रैली हम करने जा रहे हैं पठानकोट में, उसकी तैयारियों को लेकर आए। ये मीडिया, मेरे जो साथी हैं जिनका सरकार के बिना काम चल नहीं सकता, उन्होंने ऐसे कार्य और काम चलाने होते हैं। प्रताप सिंह बाजवा आए थे, आपने पूछा कि नाराज हो के नहीं हो? वो निकल गई। हाँ, तो फिर प्रताप सिंह बाजवा नाराज नहीं है। आपकी फोटो अभी करेंगे, नाराज होते तो नाराजगी तो बंदा सामने साबित करता है। ठीक है, थैंक यू सर। ਸਰ ਕੱਲ ਜਿਹੜਾ ਧੱਕੇ ਵਾਲਾ ਇਨਸੀਡੈਂਟ ਹੋਇਆ ਕੀ ਸੀਗਾ ਉਹ ਥੋੜਾ ਜਿਹਾ ਦੱਸ ਕਿਹੜਾ ਧੱਕਾ? सर तो यार ਪਹਿਲਾਂ ਤਾਂ ਮੈਂ ਇਹ ਦੱਸਣਾ ਹੈ ਕਿ ਮੈਂ ਕੋਈ ਜੰਮਿਆ ਮਹਾਰਾਜਾ ਥੋੜੀ ਐ। ਮੈਂ ਤਾਂ ਧੱਕਿਆਂ 'ਚ ਹੀ ਜੰਮਿਆ ਸੀ। ਰਾਜੇ ਮਹਾਰਾਜਾ ਜਿਹੜਾ ਕੋਈ ਜਨਮਜਾਤ ਪੈਦਾ ਹੋਇਆ ਹੋਵੇ ਜਾਂ ਕੋਈ ਪਿਤਾ ਪੁਰਖੀ, ਕਿ ਮੁੱਖ ਮੰਤਰੀ ਦਾ ਮੁੰਡਾ ਹੋਵੇ, ਪੋਤਾ ਹੋਵੇ, ਹੋ ਸਕਦਾ ਉਹਨੂੰ ਧੱਕਾ ਨਾ ਵਜੇ। ਮੈਂ ਤਾਂ ਧੱਕੇ ਖਾ ਕੇ ਇੱਥੇ ਪਹੁੰਚਿਆ। ਮੇਰਾ ਲੀਡਰ ਆਇਆ, ਪਹਿਲੀ ਗੱਲ ਮੈਂ ਕਿਸੇ ਸਾਥੀ ਨੂੰ ਮਿਲਾਉਣਾ, ਉੱਥੇ ਵਾਰ-ਵਾਰ ਫੜ ਕੇ ਬਾਹਾਂ ਮਿਲਾਉਂਦੇ ਸੀ। ਉਹਨਾਂ ਦੇ ਸੀਆਰਪੀਐਫ ਵਾਲੇ ਨੂੰ ਨਹੀਂ ਪਤਾ ਲੱਗਿਆ ਹੋਣਾ ਕਈ ਵਾਰੀ, ਜੋ ਮੈਨੂੰ ਲੱਗਿਆ ਵੀ ਉਹ ਕਹਿੰਦੇ ਸਾਨੂੰ ਲੱਗਿਆ ਜੀ ਕੋਈ ਹੋਰ ਬੰਦਾ ਆ ਗਿਆ ਧੱਕਾ ਮਾਰਿਆ। ਸੋ ਮੈਂ ਤਾਂ ਇਹੋ ਜਿਹੇ ਧੱਕੇ ਆਪਦੇ ਸਾਥੀਆਂ ਨੂੰ ਮਿਲਾਉਣ ਵਾਸਤੇ 50 ਵਾਰੀ ਹੋਰ ਖਾਊਂਗਾ। ਔਰ ਇਹਦਾ ਮੈਨੂੰ ਗੁੱਸਾ ਵੀ ਕੋਈ ਨਹੀਂ ਹੈ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਵੱਜੇ।
ਜਦੋਂ ਛੋਟੇ ਛੋਟੇ ਹੁਣ ਤਾਂ ਲੀਡਰ ਬਣ ਗਿਆ, ਹਜੇ ਤਾਂ ਕੋਈ ਥਾਂ ਦੇ ਦਿੰਦਾ। ਜੋ ਕਰਦੇ ਸੀ ਪੁਲਿਸ ਮਾਰਦੀ ਸੀ 5-5 ਫੁੱਟ ਤੇ। ਦੂਸਰੀ ਗੱਲ, ਇਹ ਰਾਹੁਲ ਗਾਂਧੀ ਨੇ ਧੱਕਾ ਨਹੀਂ ਮਰਾਇਆ। ਦੁਸ਼ਮਣ ਦੀ ਚਾਲ ਵੀ ਹੋ ਸਕਦੀ ਹੈ। ਕੌਣ ਦੁਸ਼ਮਣ? ਜੀਰਾ ਢਿੱਡ ਦੁਖਦਾ ਹੈ ਜਿਹੜਾ ਰਾਹੁਲ ਗਾਂਧੀ ਦੀ ਟੀ-ਸ਼ਰਟ ਦੀ ਗੱਲ ਕਰਦਾ ਹੈ, ਜਿਹੜਾ ਰਾਹੁਲ ਗਾਂਧੀ ਦੀ ਪੱਗ ਦੀ ਗੱਲ ਕਰਦਾ ਹੈ। ਮੈਂ ਕੱਲ ਗਿਆ ਇੱਕ ਮੀਡੀਆ ਨੂੰ, ਮੈਂ ਕਿਹਾ ਕੱਲ ਨੂੰ ਹੁਣ ਇਹਨਾਂ ਦਾ ਹੋਰ ਤਾਂ ਕੋਈ ਨਹੀਂ ਗੱਲ ਚੱਲਣੀ। ਇਹ ਨਹੀਂ ਕਹਿ ਰਹੇ ਭੀੜ ਨਹੀਂ ਆ ਰਹੀ, ਗੱਲ ਨਹੀਂ ਬਣ ਰਹੀ। ਮੈਂ ਕਿਹਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਕਹਿਣ ਰਾਹੁਲ ਗਾਂਧੀ ਦਾ ਅੰਡਰਵੀਅਰ ਐਸਾ ਸੀ। ਸੋ CRPF ਹੈ ਜਿਹੜੀ, ਉਹਨਾਂ ਦੇ ਨਾਲ ਸਿਕਿਉਰਿਟੀ ਹੈ, ਉਹ ਕਿਹਦੇ ਅੰਡਰ ਹੈ? सेंट्रल ਦੇਸ਼ ਦੇ ਗ੍ਰਹਿ ਮੰਤਰੀ ਦੇ ਅੰਦਰ ਹੈ। ਆਲਾ ਕਹਿੰਦਾ ਮਾਰੋ ਧੱਕੇ ਇਹਨਾਂ ਨੂੰ, ਥੋੜਾ ਬੇਇੱਜ਼ਤੀ ਹੋਵੇ ਇਹਨਾਂ ਦੀ। ਸਾਨੂੰ ਜਿੰਨੇ ਮਰਜ਼ੀ ਧੱਕੇ ਮਾਰ ਲੈ ਸਿਕਿਉਰਿਟੀ, ਸਾਨੂੰ ਕੋਈ ਨਹੀਂ, ਪਰ ਸਾਡੇ ਲੀਡਰ ਦੀ ਸ਼ਾਨ 'ਚ ਫਰਕ ਨਹੀਂ ਪੈਂਦਾ ਚਾਹੀਦਾ। ਤੇ ਮੈਂ ਆਉਣ ਵਾਲੇ ਦਿਨਾਂ 'ਚ ਵੀ ਇਹੋ ਜਿਹੇ ਕੰਮ ਹੋਰ ਕਰੂੰਗਾ। ਹੋਰ 25 ਵਾਰੀ CRP ਧੱਕਾ ਮਾਰੂਗੀ, ਰਾਜਾ ਵੜਿੰਗ ਚੱਲੂਗਾ, ਪਰ ਮੈਂ ਆਪਦੇ ਵਰਕਰਾਂ ਨੂੰ ਰਾਹੁਲ ਗਾਂਧੀ ਨਾਲ ਮਿਲਾਉਂਗਾ, ਕੋਈ ਫਰਕ ਨਹੀਂ ਪੈਂਦਾ। ठीक है सर, थैंक यू बहुत बहुत थैंक यू। तेरा कौन बिचारा दुल्ला पट्टी वाला दुल्ले की ਅੱਗੇ ਵਧਾਂਗੇ ਤਾਂ ਹੁਣ ਗੱਲ ਕਰਾਂਗੇ ਲੋਹੜੀ ਦੇ ਤਿਉਹਾਰ ਦੀ, ਜਿਸ ਦੀਆਂ ਰੌਣਕਾਂ ਹਰ ਪਾਸੇ ਨਜ਼ਰ ਆ ਰਹੀਆਂ ਨੇ। ਪੰਜਾਬ ਭਰ ਦੇ ਵਿੱਚ ਲੋਹੜੀ ਦੀ ਧੂਮ ਹੈ, ਨੱਚ ਗਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਔਰ ਪਿੰਡਾਂ ਦੇ ਵਿੱਚ ਦੱਸੇ ਕਿ ਟੋਲੀਆਂ ਬਣਾ ਕੇ ਬੱਚੇ ਨੌਜਵਾਨ ਲੋਹੜੀ ਮੰਗਦੇ ਨੇ। ਪਤੰਗਬਾਜ਼ੀ ਦਾ ਵੀ ਖੁਮਾਰ ਦੇਖਣ ਨੂੰ ਮਿਲ ਰਿਹਾ ਹੈ। ਦੋ ਤਸਵੀਰਾਂ ਦਿਖਾ ਰਹੇ ਹਾਂ ਲੋਹੜੀ ਦੇ ਜਸ਼ਨ। ਇੱਥੇ ਮਹਿਲਾਵਾਂ ਦੇ ਵੱਲੋਂ ਬੋਲੀਆਂ ਪਾ ਕੇ ਗਿੱਧਾ ਪਾਇਆ ਜਾ ਰਿਹਾ ਹੈ, ਜਸ਼ਨ ਮਨਾਏ ਜਾ ਰਹੇ ਨੇ। ਦੂਸਰੇ ਪਾਸੇ ਪਤੰਗਬਾਜ਼ੀ ਜਿਹੜੀ ਹੈ ਉਹ ਵੀ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਮੌਸਮ ਜਿਹੜਾ ਹੈ ਉਹ ਕਈ ਥਾਈਂ ਧੁੰਦ ਹੈ, ਕਈ ਥਾਈਂ ਧੁੱਪ ਵੀ ਹੈ, ਪਰ ਤਸਵੀਰਾਂ ਜਿਹੜੀਆਂ ਨੇ ਜ਼ਾਹਿਰ ਨੇ ਕਿ ਪਤੰਗਬਾਜ਼ੀ ਦਾ ਜਿਹੜਾ ਖੁਮਾਰ ਹੈ ਉਹ ਘੱਟ ਨਜ਼ਰ ਨਹੀਂ ਆ ਰਿਹਾ। ਸਿੱਧਾ ਚੱਲਦੇ ਹਾਂ, ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਲਾਈਵ ਮੌਜੂਦ ਨੇ। ਰਾਜੀਵ, ਕਿਸ ਤਰੀਕੇ ਦੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ? ਹਾਲਾਂਕਿ ਥੋੜਾ ਸਮਾਂ ਰਹਿ ਗਿਆ ਹੈ ਰਾਤ ਨੂੰ, ਸ਼ਾਮ ਨੂੰ ਜਦੋਂ ਲੋਹੜੀ ਬਾਲੀ ਜਾਂਦੀ ਹੈ, ਪਰ ਦਿਨ ਵੇਲੇ ਦੇ ਆਪਣੇ ਵਿਹਾਰ ਨੇ, ਦਿਨ ਵੇਲੇ ਦੀਆਂ ਆਪਣੀਆਂ ਰੌਣਕਾਂ ਨੇ। ਕੀ ਕੁਝ ਤਸਵੀਰ ਹੈ? ਜੀ ਬਿਲਕੁਲ ਗੁਰਜੋਤ, ਲੋਹੜੀ ਦੇ ਜੇਕਰ ਅਸੀਂ ਤਿਉਹਾਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਖਾਸ ਰੌਣਕ ਵੀ ਦੇਖਣ ਨੂੰ ਮਿਲਦੀ ਹੈ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਮੇਨ ਅਟਰੈਕਸ਼ਨ ਹੈ ਇਸ ਤਿਉਹਾਰ ਦੀ ਤਾਂ ਉਹ ਹੈ ਪਤੰਗਬਾਜ਼ੀ। ਤਾਂ ਵੱਡੀ ਤਾਦਾਦ ਦੇ ਵਿੱਚ ਲੋਕ ਪਤੰਗਾਂ ਉਡਾ ਕੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰਦੇ ਨੇ। ਪਰ ਸਭ ਤੋਂ ਅਹਿਮ ਚੀਜ਼ ਹੈ ਕਿ ਮੌਸਮ ਜਿਹੜਾ ਉਹ ਅੱਜ ਇੱਕਦਮ ਖਰਾਬ ਹੋਇਆ, ਜਿਸ ਕਰਕੇ ਕਿਤੇ ਨਾ ਕਿਤੇ ਲੋਕਾਂ ਦੇ ਚਿਹਰੇ ਤੇ ਇਸ ਗੱਲ ਨੂੰ ਲੈ ਕੇ ਜ਼ਰੂਰ ਨਿਰਾਸ਼ਾ ਹੈ ਕਿ ਪਤੰਗਬਾਜ਼ੀ ਕਰਨ ਦਾ ਮਜ਼ਾ ਉਹਨਾਂ ਨਹੀਂ ਆ ਰਿਹਾ ਜਿੰਨਾ ਕਿ ਆਉਣਾ ਚਾਹੀਦਾ। ਪਰ ਜਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ। ਇਸ ਵੇਲੇ ਮੈਂ ਇੱਕ ਘਰ ਦੀ ਛੱਤ ਦੇ ਉੱਤੇ ਆ ਸ਼ਹਿਰ ਦੇ ਵਿੱਚ ਔਰ ਸ਼ਹਿਰ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਇਸ ਵੇਲੇ ਘਰਾਂ ਦੀਆਂ ਛੱਤਾਂ ਤੇ ਕਿਸ ਤਰੀਕੇ ਦਾ ਰੰਗ ਨਜ਼ਰ ਆ ਰਿਹਾ। ਮੇਰੇ ਪਿੱਛੇ ਵੀ ਕੁਝ ਨੌਜਵਾਨ ਜਿਹੜੇ ਨੇ ਇਸ ਵੇਲੇ ਪਤੰਗਾਂ ਉਡਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਸਭ ਤੋਂ ਪਹਿਲਾਂ ਇਸ ਘਰ ਦੀ ਛੱਤ ਤੁਸੀਂ ਦੇਖੋ ਕਿ ਪਤੰਗਾਂ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਜਾਂਦੀਆਂ ਨੇ ਕਿ ਉਸ ਦਿਨ ਜੇਕਰ ਹਵਾ ਬਹੁਤ ਵਧੀਆ ਹੋਵੇ ਤਾਂ ਬਹੁਤ ਜ਼ਿਆਦਾ ਜਿਹੜੀਆਂ ਪਤੰਗਾਂ ਨੇ ਉਹ ਇਸਤੇਮਾਲ ਦੇ ਵਿੱਚ ਆਉਂਦੀਆਂ ਨੇ। ਪਰ ਅੱਜ ਹਵਾ ਵੀ ਉਨੀ ਜ਼ਿਆਦਾ ਸਹੀ ਨਹੀਂ ਹੈ, ਦੂਸਰੇ ਪਾਸੇ ਹਲਕੀ ਧੁੰਦ ਵੀ ਨਜ਼ਰ ਆ ਰਹੀ ਹੈ। ਪਰ ਲੋਕ ਛੱਤਾਂ ਦੇ ਉੱਤੇ ਜ਼ਰੂਰ ਤਿਆਰੀ ਦੇ ਵਿੱਚ ਨੇ ਕਿ ਜਿੱਦਾਂ ਹੀ ਥੋੜਾ ਮੌਸਮ ਠੀਕ ਹੋਵੇ ਤਾਂ ਇਹ ਸਾਰੀਆਂ ਜਿਹੜੀਆਂ ਪਤੰਗਾਂ ਨੇ ਉਹਨਾਂ ਵੱਲੋਂ ਉਡਾਈਆਂ ਜਾਣਗੀਆਂ। ਹੋਰ ਵੀ ਤੁਸੀਂ ਘਰਾਂ ਦੀਆਂ ਛੱਤਾਂ ਤੇ ਦੇਖ ਸਕਦੇ ਕਿ ਲੋਕ ਆਪਣੇ ਪਰਿਵਾਰਾਂ ਦੇ ਨਾਲ, ਕਿਉਂਕਿ ਲੋਹੜੀ ਦੇ ਦਿਨ ਪੰਜਾਬ ਦੇ ਵਿੱਚ ਛੁੱਟੀ ਵਰਗਾ ਮਾਹੌਲ ਹੁੰਦਾ ਹੈ, ਸਾਰੇ ਲੋਕ ਆਪਣੇ ਆਪਣੇ ਕਾਰੋਬਾਰ ਬੰਦ ਕਰਕੇ ਆਪਣੇ ਪਰਿਵਾਰਾਂ ਦੇ ਨਾਲ ਇਸ ਦਿਨ ਦੀ ਜਿਹੜੀ ਖੁਸ਼ੀ ਹੈ ਉਹ ਸਾਂਝੀ ਕਰਦੇ ਨੇ। ਤਾਂ ਮੌਸਮ ਜ਼ਰੂਰ ਥੋੜਾ ਖਰਾਬ ਹੋ ਰਿਹਾ, ਸਵੇਰੇ ਹਲਕੀ ਬਾਰਿਸ਼ ਵੀ ਹੋਈ ਸੀ, ਇਸ ਵੇਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਸੰਘਣੀ ਧੁੰਦ ਜਿਹੜੀ ਹੈ ਔਰ ਬੱਦਲਵਾਈ ਨਜ਼ਰ ਆ ਰਹੀ ਹੈ। ਪਰ ਲੋਕ ਛੱਤਾਂ ਤੇ ਇਸ ਚੀਜ਼ ਦੇ ਇੰਤਜ਼ਾਰ ਦੇ ਵਿੱਚ ਨਹੀਂ ਕਿ ਜੇਕਰ ਮੌਸਮ ਸਹੀ ਹੁੰਦਾ ਤਾਂ ਲੋਕ ਆਪਣੀ ਜਿਹੜੀ ਪਤੰਗਬਾਜ਼ੀ ਦੀ ਜਿਹੜੀ ਉਹਨਾਂ ਦੀ ਤਿਆਰੀ ਪਿਛਲੇ ਕਈ ਦਿਨਾਂ ਤੋਂ ਕੀਤੀ ਜਾਂਦੀ ਹੈ ਉਹਨਾਂ ਵੱਲੋਂ, ਤਾਂ ਉਸ ਦਾ ਉਹ ਮਜ਼ਾ ਲੈ ਸਕਣ। ਤਾਂ ਇਹ ਜਿਹੜਾ ਅਸਮਾਨ ਇਸ ਵੇਲੇ ਨਜ਼ਰ ਆ ਰਿਹਾ ਹੈ ਹਾਲੇ ਤੱਕ ਖਾਲੀ ਨਜ਼ਰ ਆ ਰਿਹਾ। ਜੇਕਰ ਇੱਕਦਮ ਤੇਜ਼ ਹਵਾ ਚੱਲਦੀ ਹੈ, ਮੌਸਮ ਦੇ ਵਿੱਚ ਥੋੜੀ ਜੀ ਤਬਦੀਲੀ ਜੇਕਰ ਆਉਂਦੀ ਹੈ ਤਾਂ ਪੂਰਾ ਅਸਮਾਨ ਅਸੀਂ ਕਹਿ ਸਕਦੇ ਹਾਂ ਕਿ ਪਤੰਗਾਂ ਦੇ ਨਾਲ ਭਰਿਆ ਹੋਇਆ ਨਜ਼ਰ ਆ ਸਕਦਾ। ਤਾਂ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਤਾਂ ਜਿੱਥੇ ਜਿੱਥੇ ਵੀ ਕੈਮਰੇ ਦੀ ਨਜ਼ਰ ਜਾ ਰਹੀ, ਤੁਸੀਂ ਮੌਸਮ ਵੀ ਨਾਲ ਦੇਖ ਸਕਦੇ ਹੋ। ਤਾਂ ਛੱਤਾਂ ਤੇ ਚਾਹੇ ਉਹ ਛੋਟੇ ਬੱਚੇ ਹੋਣ, ਨੌਜਵਾਨ ਹੋਣ, ਤਾਂ ਹਰ ਕੋਈ ਆਪਣੇ ਆਪਣੇ ਪਰਿਵਾਰਾਂ ਦੇ ਨਾਲ, ਮੈਂ ਗੱਲਬਾਤ ਵੀ ਜ਼ਰੂਰ ਕਰਾਂਗਾ ਨੌਜਵਾਨਾਂ ਦੇ ਨਾਲ। ਤੁਸੀਂ
ਪਤੰਗ ਉਡਾ ਤਾਂ ਰਹੇ ਹੋ, ਪਰ ਕੀ ਓਨਾ ਮਜ਼ਾ ਆ ਰਿਹਾ ਜਿੰਨਾ ਕੀ ਹੋਣਾ ਚਾਹੀਦਾ ਸੀ ਜੇਕਰ ਹਵਾ ਜਾਂ ਮੌਸਮ ਸਹੀ ਹੁੰਦਾ? ਦੇਖੋ ਜੀ, ਅੱਜ ਦਾ ਦਿਹਾੜਾ ਬਹੁਤ ਵੱਡਾ ਦਿਹਾੜਾ ਲੋਹੜੀ ਦਾ ਮਨਾਇਆ ਜਾਂਦਾ ਸਾਡੇ, ਸਪੈਸ਼ਲੀ ਅੰਮ੍ਰਿਤਸਰ ਦੀ ਲੋਹੜੀ ਬਹੁਤ ਫੇਮਸ ਹੈ। ਬਟ ਹਾਂ, ਕਿਤੇ ਨਾ ਕਿਤੇ ਨਿਰਾਸ਼ਾ ਆ ਵੀ ਮੌਸਮ ਅਚਾਨਕ ਚੇਂਜ ਹੋ ਗਿਆ, ਸਵੇਰੇ ਸਵੇਰੇ ਬਾਰਿਸ਼ ਆ ਗਈ ਔਰ ਹਵਾ ਬਿਲਕੁਲ ਨਹੀਂ ਚੱਲ ਰਹੀ ਔਰ ਅਸੀਂ ਸਵੇਰ ਤੋਂ ਲੈ ਕੇ ਇੱਕ ਹੋਰ ਸਭ ਤੋਂ ਅਹਿਮ ਚੀਜ਼, ਤੁਹਾਡੇ ਜਿਹੜੇ ਹੱਥ ਦੇ ਵਿੱਚ ਡੋਰ ਹੈ ਇਹ ਰਵਾਇਤੀ ਡੋਰ ਹੈ, ਬਲਕਿ ਇਹ ਗੱਲ ਕਹੀ ਜਾ ਰਹੀ ਕਿ ਬਹੁਤ ਸਾਰੇ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਨੇ। ਬਿਲਕੁਲ ਜੀ, ਇਹ ਮੇਰੀ ਮਤਲਬ ਮੈਂ ਹਮੇਸ਼ਾ ਹੀ ਹਰ ਸਾਲ ਡੋਰ ਲਵਾ ਕੇ ਆਪਣੀ ਪਤੰਗ ਚੜਾਉਣਾ ਵਾਂ ਤੇ ਮੈਨੂੰ ਬੜਾ ਮਾਣ ਹੈ ਜੀ। ਮੈਂ ਅੱਜ ਵੀ ਆਪਣੇ ਪੁਰਾਣੇ ਜੋ ਕਲਚਰ ਸੀ ਉਹਨਾਂ ਨਾਲ ਜੁੜਿਆ ਹੋਇਆ ਵਾਂ ਔਰ ਮੈਨੂੰ ਬਹੁਤ ਲੋਕਾਂ ਨੂੰ ਮੈਂ ਇਸ ਚੀਜ਼ ਵੱਲੋਂ ਪ੍ਰੇਰਿਤ ਵੀ ਕਰਦਾ ਵਾਂ ਵੀ ਆਪਾਂ ਆਪਣਾ ਜੋ ਪੁਰਾਣੀ ਡੋਰ ਦਾ ਸਿਸਟਮ ਸੀ ਆਪਾਂ ਉਹਦੇ ਨਾਲ ਹੀ ਪਤੰਗ ਚੜਾਈਏ ਤਾਂ ਕਿ ਚਾਈਨਾ ਡੋਰ ਨੂੰ ਆਪਾਂ ਬੋਇਕਟ ਕਰ ਸਕੀਏ, ਕਿਉਂਕਿ ਸਾਨੂੰ ਹੁਣ ਜਾਗਰੂਕਤਾ ਆ ਚੁੱਕੀ ਆ। 99% ਯੂਥ ਇਸ ਚੀਜ਼ ਨੂੰ ਸਮਝਦਾ ਵਾ। ਥੋੜੀ ਹਵਾ ਹੁਣ ਚੱਲੀ ਹੈ ਤੇ ਇਸ ਕਰਕੇ ਤੁਸੀਂ ਦੇਖੋ ਕਿ ਛੱਤਾਂ ਦੇ ਉੱਤੇ ਜਿਹੜੇ ਚਾਹੇ ਉਹ ਬੱਚੇ ਹੋਣ, ਨੌਜਵਾਨ ਹੋਣ, ਇੰਤਜ਼ਾਰ ਦੇ ਵਿੱਚ ਸੀ ਤਾਂ ਹੁਣ ਉਹਨਾਂ ਵੱਲੋਂ ਪਤੰਗਾਂ ਉਡਾਉਣ ਦੀ ਜਿਹੜੀ ਤਿਆਰੀ ਹੈ ਉਹ ਵੀ ਕਰ ਲਈ ਗਈ ਹੈ। ਤਾਂ ਛੱਤ ਤੇ ਤੁਸੀਂ ਦੇਖੋ ਕਿ ਛੋਟੇ ਛੋਟੇ ਬੱਚੇ ਹੋਣ ਭਾਵੇਂ ਜਾਂ ਫਿਰ ਮਹਿਲਾਵਾਂ ਹੋਣ, ਤਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਨੇ ਜਾਂ ਲੇਡੀਜ਼ ਨੇ ਉਹਨਾਂ ਨੂੰ ਵੀ ਪਤੰਗਬਾਜ਼ੀ ਦਾ ਕਾਫੀ ਸ਼ੌਂਕ ਹੈ। ਤਾਂ ਜਿਸ ਤਰ੍ਹਾਂ ਹੀ ਹਵਾ ਥੋੜੀ ਸਹੀ ਹੁੰਦੀ ਹੈ ਤਾਂ ਲੋਕ ਉਸੇ ਵੇਲੇ ਕੋਸ਼ਿਸ਼ ਕਰਦੇ ਨੇ ਕਿ ਪਤੰਗਾਂ ਜਿਹੜੀਆਂ ਨੇ ਉਹ ਅਸਮਾਨ ਦੇ ਵਿੱਚ ਉਡਾਈਆਂ ਜਾਣ, ਪਰ ਇੱਕਦਮ ਜਦੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਤਾਂ ਫਿਰ ਜ਼ਰੂਰ ਨਿਰਾਸ਼ਾ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ। ਤਾਂ ਇਹ ਇਸ ਵੇਲੇ ਦਾ ਮਾਹੌਲ ਹੈ ਅੰਮ੍ਰਿਤਸਰ ਦਾ ਔਰ ਸ਼ਾਮ ਵੇਲੇ ਦੀ ਜਿਹੜੀ ਤਸਵੀਰ ਹੋਏਗੀ ਉਹ ਬਿਲਕੁਲ ਵੱਖਰੀ ਹੋਏਗੀ। ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਜੋ ਹੈ ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤਾਂ ਉਸ ਤਰੀਕੇ ਦੇ ਨਾਲ ਉਸ ਨੂੰ ਸੈਲੀਬ੍ਰੇਟ ਕੀਤਾ ਜਾਏਗਾ, ਨਹੀਂ ਤਾਂ ਸਾਰੇ ਪਰਿਵਾਰ ਆਪਣੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਨਾਲ ਇਸ ਜਿਹੜਾ ਪਵਿੱਤਰ ਤਿਉਹਾਰ ਹੈ ਲੋਹੜੀ ਦਾ ਉਸ ਨੂੰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆਉਣਗੇ। ਜੀ ਜੀ ਬਿਲकुल ठीक है राजीव, तमाम तस्वीरां दिखाने के लिए गलबात के लिए शुक्रिया है। तो तस्वीरां ਜਿਹੜੀਆਂ ਨੇ ਉਹ ਦੋ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਤਾਂ ਪਤੰਗਬਾਜ਼ੀ ਦਾ ਖੁਮਾਰ ਹੈ, ਦੂਜੇ ਪਾਸੇ ਨੱਚ ਗਾ ਕੇ ਮਹਿਲਾਵਾਂ ਜਿਹੜੀਆਂ ਨੇ ਉਹ ਇਸ ਦਿਨ ਨੂੰ ਮਨਾ ਰਹੀਆਂ ਨੇ।